ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਯੂਕੇ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ, ਬੱਸ ਦੀ ਟੱਕਰ ਨਾਲ ਇੱਕ 4 ਸਾਲਾ ਬੱਚੇ ਦੀ ਹੋਈ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਟੈਰਿਫ ਵਧਾਉਣ ਵਾਲੇ ਟਰੰਪ ਨੂੰ ਭਾਰਤ ਦਾ ਝਟਕਾ, ਬੋਇੰਗ ਜਹਾਜ਼ਾਂ ਦੀ ਖਰੀਦ ਨੂੰ ਠੰਡੇ ਬਸਤੇ ਵਿੱਚ ਪਾਇਆ। ਭਾਰਤ ਦੇ ਕੁੱਲ ਟੈਰਿਫ ਵੱਧ ਕੇ ਹੋਇਆ 50%, ਭਾਰਤ ਵਪਾਰੀਆਂ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਭਾਰਤੀ ਅਰਬਪਤੀਆਂ ਦਾ ਟਰੰਪ ਨੂੰ ਕਰਾਰਾ ਜਵਾਬ। ਪੰਜਾਬ ਦੇ ਵਿੱਚ ਡੀਏਪੀ ਦੀ ਕਾਲਾਬਾਜ਼ਾਰੀ, ਬੀਬੀ ਬਾਦਲ ਨੇ ਲੋਕ ਸਭਾ ਵਿੱਚ ਚੁੱਕਿਆ ਮੁੱਦਾ, ਕਿਹਾ ਛਾਪੇ ਮਾਰੇ ਪਰ ਦਰਜ ਨਹੀਂ ਕੀਤੀ ਕੋਈ ਐਫਆਈਆਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਂਟ ਦੇ ਇੱਕ ਹਸਪਤਾਲ ਦੇ ਬਾਹਰ ਇੱਕ ਬੱਸ ਦੀ ਟੱਕਰ ਲੱਗਣ ਦੇ ਨਾਲ ਇੱਕ 4 ਸਾਲਾ ਬੱਚੇ ਦੀ ਮੌਤ ਹੋ ਗਈ। ਮਾਰਗੇਟ ਦੀ ਕੁਈਨ ਐਲਿਜ਼ਾਬੈਥ ਕੁਈਨ ਮਦਰ ਹਸਪਤਾਲ ਦੇ ਬਾਹਰ ਇੱਕ ਹਾਦਸੇ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ ਸੀ। ਘਟਨਾ ਤੋਂ ਬਾਅਦ ਬੱਚੇ ਨੂੰ ਹਸਪਤਾਲ ਦੇ ਅੰਦਰ ਲਿਜਾਇਆ ਗਿਆ ਪਰ ਥੋੜੀ ਦੇਰ ਬਾਅਦ ਹੀ ਉਸਨੇ ਦਮ ਤੋੜ ਦਿੱਤਾ। ਕੈਂਟ ਦੇ ਇੱਕ ਹਸਪਤਾਲ ਦੇ ਬਾਹਰ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਗਵਾਹਾਂ ਦੀ ਅਪੀਲ ਕਰ ਰਹੀ ਹੈ। ਵੀਰਵਾਰ ਸ਼ਾਮ 4 ਵਜੇ ਤੋਂ ਥੋੜੀ ਦੇਰ ਬਾਅਦ ਇੱਕ ਬੱਸ ਅਤੇ ਇੱਕ ਪੈਦਲ ਯਾਤਰੀ ਦੀ ਟੱਕਰ ਦੀ ਰਿਪੋਰਟ ਤੋਂ ਬਾਅਦ ਕੈਂਟ ਦੀ ਮਾਰਕੀਟ ਵਿੱਚ ਰਾਮਸਗੇਟ ਰੋਡ ਤੇ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ। ਇਹ ਘਟਨਾ ਕੁਈਨ ਐਲਿਜ਼ਾਬੈਥ ਕੁਈਨ ਮਾਰਕੀਟ ਹਸਪਤਾਲ ਦੇ ਏਟੀਈ ਵਿਭਾਗ ਦੇ ਪ੍ਰਵੇਸ਼ ਦੁਆਰ ਦੇ ਨੇੜੇ ਵਾਪਰੀ ਹੈ। ਬੱਸ ਜਿਸ ਨੂੰ ਕਿ ਇੱਕ ਚਿੱਟੇ ਸਿੰਗਲ ਡੈਕਰ ਵਾਹਨ ਵਜੋਂ ਦਰਸਾਇਆ ਗਿਆ, ਏਟੀਈ ਵਿਭਾਗ ਨੇੜੇ ਜਾ ਰਹੀ ਸੀ ਜਦੋਂ ਕਿ ਇਸਨੇ ਇੱਕ 4 ਸਾਲਾ ਲੜਕੇ ਨੂੰ ਟੱਕਰ ਮਾਰ ਦਿੱਤੀ, ਜੋ ਕਿ ਹਸਪਤਾਲ ਤੋਂ ਪੈਦਲ ਹੀ ਨਿਕਲਿਆ ਸੀ। ਬੱਚੇ ਨੂੰ ਹਸਪਤਾਲ ਦੇ ਅੰਦਰ ਲਿਜਾਇਆ ਗਿਆ ਪਰ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਕੈਂਟ ਪੁਲਿਸ ਦੀ ਸੀਰੀਅਸ ਕਲੋਜ਼ਿੰਗ ਇਨਵੈਸਟੀਗੇਸ਼ਨ ਯੂਨਿਟ ਦੇ ਜਾਂਚਕਰਤਾ ਸੰਬੰਧਿਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਨੇ। ਗਵਾਹਾਂ, ਜਿਨ੍ਹਾਂ ਦੇ ਵਿੱਚ ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਵੀ ਸ਼ਾਮਲ ਨੇ, ਜਿਨ੍ਹਾਂ ਨੇ ਅੱਜ ਤੱਕ ਪੁਲਿਸ ਨਾਲ ਕੋਈ ਗੱਲ ਨਹੀਂ ਕੀਤੀ, ਨੂੰ ਫੋਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕੈਂਟ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਾਰਕੀਟ ਵਿੱਚ ਇੱਕ ਘਾਤਕ ਟੱਕਰ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੁਆਰਾ ਗਵਾਹਾਂ, ਸੀਸੀਟੀਵੀ ਫੁਟੇਜ ਅਤੇ ਡੈਸ਼ ਕੈਮ ਫੁਟੇਜ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਨੇ ਸਮੁੰਦਰੀ ਜਲ ਪਾਣੀ ਦੇ ਲਈ ਸਰਹੱਦ ਤੋਂ 6 ਵਾਧੂ ਬੋਇੰਗ P-8I ਪੋਸੀਡੋਨ ਸਮੁੰਦਰੀ ਗਸ਼ਤੀ ਪਾਕਿਸਤਾਨੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਸਥਾਨਕ ਪਰਿਵਾਰ ਨਾਲ ਜੁੜਿਆ ਹੋਇਆ ਹੈ। 7 ਅਗਸਤ ਤੋਂ ਬਾਅਦ ਨਿਰਯਾਤ ਤੇ 25% ਟੈਰਿਫ ਆਪਸ ਵਿੱਚ ਸ਼ੁਰੂ ਹੋਇਆ। ਸੂਤਰਾਂ ਅਨੁਸਾਰ ਇਹ ਫੈਸਲਾ ਵਪਾਰਕ ਤਣਾਅ ਤੇ ਉੱਚ ਲਾਗਤਾਂ ਨੂੰ ਵੇਖਦੇ ਹੋਏ ਲਿਆ ਗਿਆ ਹੈ। ਹਾਲਾਂਕਿ ਸੌਦਾ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ, ਪਰ ਇਸ ਬਾਰੇ ਮੁੜ ਵਿਚਾਰ ਸ਼ੁਰੂ ਹੋ ਗਿਆ। ਭਾਰਤੀ ਜਲ ਸੈਨਾ ਪਹਿਲਾਂ ਤੋਂ ਹੀ ਲਗਭਗ 12 P-8I ਜਹਾਜ਼ ਚਲਾਉਂਦੀ ਹੈ। ਸਾਲ 2019 ਦੇ ਵਿੱਚ ਭਾਰਤ ਇਸ ਦਾ ਪਹਿਲਾ ਅੰਤਰਰਾਸ਼ਟਰੀ ਗਾਹਕ ਬਣ ਗਿਆ ਸੀ। ਇਨ੍ਹਾਂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਦੇ ਵਿੱਚ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ਜਹਾਜ਼ਾਂ ਨੂੰ ਆਪਰੇਸ਼ਨ ਸਿੰਦੂਰ ਦੇ ਵਿੱਚ ਭਾਰਤ ਦੀ ਸਮੁੰਦਰੀ ਸਰਹੱਦ ਦੀ ਨਿਗਰਾਨੀ ਵਿੱਚ ਵੀ ਵਿਆਪਕ ਤੌਰ ਤੇ ਵਰਤਿਆ ਗਿਆ ਸੀ। ਸਾਲ 2021 ਦੇ ਵਿੱਚ ਅਮਰੀਕਾ ਨੇ ਭਾਰਤ ਨੂੰ 6 ਹੋਰ P-8I ਜਹਾਜ਼ਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਉਸ ਸਮੇਂ ਇਨ੍ਹਾਂ ਦੀ ਕੀਮਤ ਲਗਭਗ $2.42 ਅਰਬ ਯਾਨੀ ਕਿ 6 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ। ਉਹਨਾਂ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਦੇ ਹੋਏ ਭਾਰਤ ਤੋਂ ਅਮਰੀਕਾ ਜਾਣ ਵਾਲੀ ਬਰਾਮਦ ਤੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਨਾਲ ਭਾਰਤ ਦੇ ਕੁੱਲ ਟੈਰਿਫ ਵੱਧ ਕੇ 50% ਹੋ ਗਿਆ। ਟਰੰਪ ਦੇ ਇਸ ਕਦਮ ਦੇ ਨਾਲ ਭਾਰਤੀ ਉਦਯੋਗਪਤੀ ਭੜਕ ਗਏ ਨੇ। RPG ਇੰਟਰਪ੍ਰਾਈਜ਼ਸ ਦੇ ਚੇਅਰਮੈਨ ਹਰਸ਼ ਗੋਇਨਕਾ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਭਾਰਤ ਦੇ ਵਪਾਰਕ ਜਗਤ ਵਿੱਚ ਟਰੰਪ ਦੇ ਇਸ ਕਦਮ ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। RPG ਇੰਟਰਪ੍ਰਾਈਜ਼ਸ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਰਤ ਆਪਣੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X, ਜੋ ਕਿ ਪਹਿਲਾਂ ਟਵਿੱਟਰ ਸੀ, ਤੇ ਲਿਖਿਆ ਹੈ ਕਿ ਤੁਸੀਂ ਸਾਡੀ ਬਰਾਮਦ ਤੇ ਟੈਰਿਫ ਲਗਾ ਸਕਦੇ ਹੋ ਪਰ ਸਾਡੀ ਪ੍ਰਭੂਸੱਤਾ ਤੇ ਨਹੀਂ। ਅਸੀਂ ਸੰਕਲਪ ਮਜ਼ਬੂਤ ਕਰਾਂਗੇ, ਬਦਲ ਦੀ ਭਾਲ ਕਰਾਂਗੇ ਅਤੇ ਆਤਮ ਨਿਰਭਰ ਬਣਾਂਗੇ। ਭਾਰਤ ਕਿਸੇ ਦੇ ਅੱਗੇ ਝੁਕੇਗਾ ਨਹੀਂ। ਹਰਸ਼ ਗੋਇਨਕਾ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ਼ ਸੰਕੇਤ ਮਿਲਿਆ ਹੈ ਕਿ ਭਾਰਤੀ ਉਦਯੋਗਪਤੀ ਇਸ ਫੈਸਲੇ ਨੂੰ ਸਿਰਫ ਆਰਥਿਕ ਨਹੀਂ ਸਗੋਂ ਰਾਜਨੀਤਿਕ ਚੁਣੌਤੀ ਮੰਨ ਰਹੇ ਨੇ। ਉੱਤੇ ਹੀ ਨੀਤੀ ਆਯੋਗ ਦੇ ਸਾਬਕਾ CEO ਅਮਿਤਾਭ ਕਾਂਤ ਨੇ ਲਿਖਿਆ ਹੈ ਕਿ ਟਰੰਪ ਨੇ ਸਾਨੂੰ ਇੱਕ ਪੀੜ੍ਹੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਦਿੱਤਾ ਹੈ ਤਾਂ ਕਿ ਅਸੀਂ ਸੁਧਾਰਾਂ ਵਿੱਚ ਅਗਲਾ ਵੱਡਾ ਕਦਮ ਚੁੱਕ ਸਕੀਏ। ਇਸ ਸੰਕਟ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਰੰਪ ਦੇ ਟੈਰਿਫ ਨੂੰ ਅਜਿਹਾ ਫੈਸਲਾ ਦੱਸਿਆ ਜੋ ਉਹਨਾਂ ਤੇ ਹੀ ਉਲਟਾ ਅਸਰ ਪਾ ਸਕਦਾ ਹੈ। ਜੀ ਹਾਂ, ਉਹਨਾਂ ਨੇ ਇਸ ਮੌਕੇ ਨੂੰ ਭਾਰਤ ਲਈ ਇੱਕ ਵੱਡੇ ਮੌਕੇ ਦੇ ਤੌਰ ਤੇ ਵੇਖਿਆ ਤੇ ਸਰਕਾਰ ਨੂੰ 2 ਅਹਿਮ ਸੁਝਾਅ ਦਿੱਤੇ।
ਉਹਨਾਂ ਮੁਤਾਬਕ ਇਹ ਸਮਾਂ 1991 ਦੀ ਤਰ੍ਹਾਂ ਦਾ ਇੱਕ ਫੈਸਲਾਕੁਨ ਮੋੜ ਹੋ ਸਕਦਾ ਹੈ ਜਦੋਂ ਭਾਰਤ ਨੇ ਵੱਡੇ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ। ਮਹਿੰਦਰਾ ਨੇ ਕਿਹਾ ਹੈ ਕਿ ਭਾਰਤ ਨੂੰ ਹੁਣ ਛੋਟੇ ਸੁਧਾਰਾਂ ਤੋਂ ਅੱਗੇ ਵੱਧ ਕੇ ਇੱਕ ਵਿਆਪਕ ਈਜ਼ ਆਫ ਡੂਇੰਗ ਬਿਜ਼ਨਸ ਨੀਤੀ ਲਾਗੂ ਕਰਨੀ ਚਾਹੀਦੀ ਹੈ। ਇਸ ਤਹਿਤ ਇੱਕ ਅਜਿਹਾ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਤਿਆਰ ਕੀਤਾ ਜਾਵੇ ਜਿਸ ਨਾਲ ਨਿਵੇਸ਼ਕਾਂ ਨੂੰ ਸਾਰੀਆਂ ਹੀ ਮਨਜ਼ੂਰੀਆਂ ਇੱਕ ਹੀ ਜਗ੍ਹਾ ਮਿਲ ਸਕਣ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਸ਼ੁਰੂਆਤ ਉਹਨਾਂ ਸੂਬਿਆਂ ਤੋਂ ਕੀਤੀ ਜਾਵੇ ਜੋ ਇਸ ਨੀਤੀ ਨੂੰ ਅਪਣਾਉਣ ਦੇ ਲਈ ਤਿਆਰ ਨੇ। ਜੇਕਰ ਭਾਰਤ ਨਿਵੇਸ਼ ਪਾਰਦਰਸ਼ਤਾ ਅਤੇ ਸਥਿਰਤਾ ਵਿਖਾ ਸਕੇ ਤਾਂ ਉਹ ਗਲੋਬਲ ਨਿਵੇਸ਼ਕਾਂ ਲਈ ਸਭ ਤੋਂ ਭਰੋਸੇਮੰਦ ਮੰਜ਼ਿਲ ਬਣ ਸਕਦਾ ਹੈ। ਸੋ ਆਨੰਦ ਮਹਿੰਦਰਾ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਸੈਰ ਸਪਾਟਾ ਇੱਕ ਘੱਟ ਵਰਤੋਂ ਕੀਤਾ ਗਿਆ ਮੌਕਾ ਹੈ ਜੋ ਵਿਦੇਸ਼ੀ ਮੁਦਰਾ ਅਤੇ ਰੋਜ਼ਗਾਰ ਦੋਵਾਂ ਦਾ ਵੱਡਾ ਸਰੋਤ ਬਣ ਸਕਦਾ ਹੈ। ਉਹਨਾਂ ਨੇ ਸਰਕਾਰ ਨੂੰ ਵੀਜ਼ਾ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਕਰਨ, ਸੈਰ ਸਪਾਟਾ ਸਹੂਲਤਾਵਾਂ ਨੂੰ ਬਿਹਤਰ ਬਣਾਉਣ ਅਤੇ ਦੇਸ਼ ਵਿੱਚ ਸਪੈਸ਼ਲ ਟੂਰਿਜ਼ਮ ਕੋਰੀਡੋਰ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ। ਇਸ ਕੋਰੀਡੋਰ ਵਿੱਚ ਸੁਰੱਖਿਆ, ਸਫਾਈ ਅਤੇ ਬਿਹਤਰ ਬੁਨਿਆਦੀ ਢਾਂਚੇ ਤੇ ਖਾਸ ਧਿਆਨ ਦੇਣ ਦੀ ਗੱਲ ਕਹੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਵਿੱਚ ਡੀਏਪੀ ਦੀ ਕਾਲਾਬਾਜ਼ਾਰੀ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਸੰਸਦ ਵਿੱਚ ਇਹ ਚਿੰਤਾ ਜਤਾਈ ਹੈ ਕਿ ਹਾਲਾਂਕਿ 2323 ਛਾਪੇ ਮਾਰੇ ਗਏ ਸਨ ਪਰ ਡੀਏਪੀ ਵੇਚਣ ਵਾਲਿਆਂ ਖਿਲਾਫ ਕੋਈ FIR ਦਰਜ ਨਹੀਂ ਕੀਤੀ ਗਈ। ਸੰਸਦ ਮੈਂਬਰ ਬੀਬੀ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅੱਜ ਸੰਸਦ ਦੇ ਵਿੱਚ ਪੰਜਾਬ ਦੇ ਵਿੱਚ ਡੀਏਪੀ ਦੀ ਕਾਲਾਬਾਜ਼ਾਰੀ ਦਾ ਮੁੱਦਾ ਉੱਠ ਚੁੱਕਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਹਰ ਸੀਜ਼ਨ ਵਿੱਚ ਡੀਏਪੀ ਦੀ ਕਮੀ ਆਉਂਦੀ ਹੈ ਜਿਸ ਤੋਂ ਬਾਅਦ ਇਸ ਦੀ ਕਾਲਾਬਾਜ਼ਾਰੀ ਵੀ ਹੁੰਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਡੀਏਪੀ ਖਰੀਦਣ ਦੇ ਬਦਲੇ ਹੋਰ ਸਮਾਨ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਨੇ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਕਿੰਨਾ ਡੀਏਪੀ ਦਿੱਤਾ ਗਿਆ ਤੇ ਜੋ ਘਾਟ ਹੋਈ है उसकी भरपाई ਲਈ ਕੀ ਕੀਤਾ है। कि लगातार पंजाब में हर एक सीजन में डीएपी की इतनी बड़ी शॉर्टेज भी आती है और ब्लैक मार्केटिंग ऐसे होती है कि एक डीएपी के बैग के लिए जो 1350 रुपए का होना पड़ता है तो उनको जबरदस्ती 3000 तक का दूसरा सामान भी खरीदवाया जाता है जो डीएपी चाहिए। तो माननीय मंत्री जी बताएंगे कि पिछले 3 साल से 5.5 लाख मेट्रिक टन जो एलोकेशन है पंजाब की वो कितना उसके अगेंस्ट एलोकेट किया है केंद्र ने और जो शॉर्टेज रही है उसकी भरपाई के लिए क्या किया है। और इसी के साथ मेरा सवाल जुड़ा है कि डीएपी की जगह जो एनपीके बेचा जाता है किसानों को एज अ सब्सिट्यूट जो 1720 रुपए का है, क्या आप उसमें कोई सब्सिडी ज़्यादा कम करेंगे क्योंकि अब चाइना ने जब एक्सपोर्ट बंद कर दिया है, अपने पॉलिसी बदल दिया है जिस करके डीएपी की शॉर्टेज हो रही है, तो किसान डीएपी ना मिलने करके उसके ऊपर शोषण ना किया जाए, ब्लैक में उसको ना खरीदना पड़े, इसके बारे में आप क्या कर रहे हैं? क्योंकि आपके रिप्लाई ने बोला है कि ब्लैक मार्केटिंग में पंजाब में 2323 रेड्स हुए लेकिन FIR एक भी नहीं फाइल होया। जब मेरी अपनी कॉन्स्टिट्यूंसी में हर एक सेलर जबरदस्ती ब्लैक मार्केटिंग करके किसानों से पैसा वसूली कर रहा था जब डीएपी की जरूरत थी। ਤੁਹਾਨੂੰ ਦੱਸ ਦਈਏ ਕਿ ਨਵੀਂ ਦਿੱਲੀ ਵਿਖੇ ਸੰਸਦ 2025 ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਪਰ ਦੋਵਾਂ ਸਦਨਾਂ ਦੀ ਕਾਰਵਾਈ ਇੱਕ ਵੀ ਦਿਨ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ। ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਵਿਸ਼ੇਸ਼ ਤੀਬਰ ਸੋਧ ਯਾਨੀ ਕਿ SIR ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਇਸ ਨਾਲ ਸਦਨ ਦੀ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਤੀਬਰ ਸੋਧ ਨਹੀਂ ਲਿਆਂਦੀ ਜਾਣੀ ਚਾਹੀਦੀ ਸੀ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਇਸ ਮੁੱਦੇ ਤੇ ਚਰਚਾ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਚਰਚਾ ਲਈ ਤਿਆਰ ਨਹੀਂ। ਜਿੱਥੇ ਕਿ ਅਮਰੀਕਾ ਨੇ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਸਮਝੌਤੇ ਲਈ ਵਿਚੋਲਗੀ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰੂਬੀਓ ਨੇ ਆਪਣੇ ਐਕਸ ਹੈਂਡਲ ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਵੀ ਇਸ ਸਹਿਯੋਗ ਲਈ ਧੰਨਵਾਦ ਕੀਤਾ ਹੈ। ਇਸ ਸੰਬੰਧੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਟੋਮੀ ਪਿੰਗੋਟ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ। ਦੱਸਿਆ ਗਿਆ ਹੈ ਕਿ ਕੁਆਲਾਲੰਪੁਰ ਵਿੱਚ ਕਈ ਦਿਨਾਂ ਤੱਕ ਚੱਲੀ ਇੱਕ ਬੈਠਕ ਤੋਂ ਬਾਅਦ ਇਹ ਜੰਗਬੰਦੀ ਸੰਭਵ ਹੋ ਸਕੀ ਹੈ। ਇਸ ਬੈਠਕ ਦੇ ਵਿੱਚ ਥਾਈਲੈਂਡ ਦੇ ਉਪ ਰੱਖਿਆ ਮੰਤਰੀ ਨਥਾਫੋਨ ਨਕਪਾਨਿਤ, ਕੰਬੋਡੀਆ ਦੇ ਰੱਖਿਆ ਮੰਤਰੀ ਟੀ ਸਿਆ ਅਤੇ ਅਮਰੀਕਾ, ਚੀਨ ਤੇ ਮਲੇਸ਼ੀਆ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਅਮਰੀਕੀ ਰਾਜਦੂਤ ਐਡਗਾਰਡ ਡੀ ਕਾਗਨ ਨੇ ਵੀ ਇਸ ਯਤਨ ਦਾ ਪੂਰਾ ਸਮਰਥਨ ਕੀਤਾ ਹੈ ਅਤੇ ਕਿਹਾ ਕਿ ਅਮਰੀਕਾ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਣਾਈ ਰੱਖਣਾ ਚਾਹੁੰਦਾ ਹੈ। Turning to Southeast Asia, the United States welcomes today's General Border Committee meeting in Kuala Lumpur as a constructive first step forward in the Cambodia-Thailand ceasefire arrangement. President Trump and Secretary Rubio
call on both governments to fully honor their commitments and pursue enduring peace. We welcome Malaysian Prime Minister Anwar Ibrahim for his leadership. ਦੱਸ ਦਈਏ ਕਿ ਇਹ ਐਲਾਨ ਉਸ ਸਮੇਂ ਆਇਆ ਜਦੋਂ ਪਿਛਲੇ ਹਫ਼ਤੇ ਹੀ ਸਰਹੱਦੀ ਟਕਰਾਅ ਦੌਰਾਨ ਫੜੇ ਗਏ 2 ਕੰਬੋਡੀਅਨ ਸੈਨਿਕਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਸੀ। ਇਸ ਜੰਗਬੰਦੀ ਦੇ ਨਾਲ ਖੇਤਰੀ ਸਥਿਰਤਾ ਬਣੇ ਰਹਿਣ ਦੀ ਉਮੀਦ ਹੈ। ਜਾਪਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਸ਼ੁੱਕਰਵਾਰ ਸਵੇਰੇ ਦੱਖਣ ਪੱਛਮੀ ਕਾਗੋਸ਼ੀਮਾ ਪ੍ਰੀਫੈਕਚਰ ਦੇ ਕਿਰੀਸ਼ੀਮਾ ਸ਼ਹਿਰ ਦੇ ਲਈ ਭਾਰੀ ਮੀਂਹ ਦੀ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਹੈ। ਜਿਸ ਵਿੱਚ ਜ਼ਮੀਨ ਖਿਸਕਣ, ਹੜ੍ਹ ਅਤੇ ਨਦੀਆਂ ਦੇ ਵਹਿਣ ਦੇ ਲਈ ਨੀਵੇਂ ਇਲਾਕਿਆਂ ਵਿੱਚ ਸਭ ਤੋਂ ਵੱਧ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਕਿਰੀਸ਼ੀਮਾ ਵਿੱਚ ਰਿਕਾਰਡ ਬਾਰਿਸ਼ ਦਰਜ ਕਰਨ ਤੋਂ ਬਾਅਦ ਇਸ ਸਾਲ ਪਹਿਲੀ ਵਾਰ ਦੇਸ਼ ਦੇ 5 ਪੱਧਰੀ ਆਫਤ ਚੇਤਾਵਨੀ ਪ੍ਰਣਾਲੀ ਵਿੱਚ ਸਭ ਤੋਂ ਵੱਧ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਤੱਕ ਕਿਰੀਸ਼ੀਮਾ ਦੇ ਇੱਕ ਹਿੱਸੇ ਦੇ ਵਿੱਚ 107.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਉਸ ਸਥਾਨ ਤੇ ਹੁਣ ਤੱਕ ਦੀ ਸਭ ਤੋਂ ਭਾਰੀ ਬਾਰਿਸ਼ ਹੈ। 12 ਘੰਟੇ ਵਿੱਚ ਕੁੱਲ ਬਾਰਿਸ਼ 480 ਮਿਲੀਮੀਟਰ ਤੋਂ ਵੱਧ ਗਈ, ਜੋ ਕਿ ਸ਼ਹਿਰ ਦੇ ਅਗਸਤ ਦੇ ਔਸਤ ਤੋਂ ਲਗਭਗ 1.8 ਗੁਣਾ ਹੈ। ਜੀਐਮਏ ਨੇ ਕਿਹਾ ਹੈ ਕਿ ਕਾਗੋਸ਼ੀਆ ਸਮੇਤ ਕਿਊਸ਼ੂ ਖੇਤਰ ਵਿੱਚ ਐਤਵਾਰ ਤੱਕ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰ ਤੋਂ 24 ਘੰਟਿਆਂ ਵਿੱਚ ਦੱਖਣੀ ਕਿਊਸ਼ੂ ਵਿੱਚ 200 ਮਿਲੀਮੀਟਰ ਅਤੇ ਉੱਤਰੀ ਕਿਊਸ਼ੂ ਵਿੱਚ 120 ਮਿਲੀਮੀਟਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ, ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚ ਪਹਿਲਾਂ ਹੀ ਖਤਰਨਾਕ ਹਾਲਾਤ ਹੋ ਸਕਦੇ ਨੇ। ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਗਰਮ ਅਤੇ ਨਮੀ ਵਾਲੀ ਹਵਾ ਘੱਟ ਦਬਾਅ ਵਾਲੇ ਸਿਸਟਮ ਵੱਲ ਵਧਣ ਕਾਰਨ ਸ਼ੁੱਕਰਵਾਰ ਤੱਕ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਗਰਜ ਜਾਰੀ ਰਹੀ ਹੈ। ਇਸ ਦੇ ਨਾਲ ਹੀ ਉੱਤਰੀ ਤੋਂ ਪੱਛਮੀ ਜਾਪਾਨ ਤੱਕ ਮੌਸਮ ਅਸਥਿਰ ਰਹੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸਮੇਂ ਜਾਰੀ ਕੀਤੇ ਜਾ ਸਕਣ ਵਾਲੇ ਨਿਕਾਸੀ ਆਦੇਸ਼ਾਂ ਵੱਲ ਧਿਆਨ ਦੇਣ ਅਤੇ ਸੰਭਾਵੀ ਜ਼ਮੀਨ ਖਿਸਕਣ, ਅਚਾਨਕ ਹੜ੍ਹਾਂ ਅਤੇ ਹੋਰ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਜ਼ਰੂਰੀ ਸਾਵਧਾਨੀਆਂ ਵਰਤਣ। ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋਈ ਹੈ। ਜਹਾਜ਼ ਟੇਕ ਆਫ ਤੋਂ ਸਿਰਫ 3 ਮਿੰਟ ਬਾਅਦ ਹੀ ਰਿਹਾਇਸ਼ੀ ਖੇਤਰ ਵਿੱਚ ਸਕੂਲ ਦੇ ਉੱਪਰ ਜਾ ਡਿੱਗਿਆ ਤੇ ਡਿੱਗਦੇ ਹੀ ਅੱਗ ਲੱਗ ਗਈ। ਦੁਰਘਟਨਾ ਵਿੱਚ 2 ਡਾਕਟਰ, 2 ਨਰਸ ਅਤੇ 2 ਆਮ ਯਾਤਰੀ ਮਾਰੇ ਗਏ ਨੇ। ਹਾਦਸੇ ਵਿੱਚ ਕੁਝ ਘਰ ਵੀ ਤਬਾਹ ਹੋ ਚੁੱਕੇ ਨੇ ਅਤੇ ਸਕੂਲ ਦੀ ਇਮਾਰਤ ਢਹਿ ਢੇਰੀ ਹੋ ਗਈ ਹੈ, ਜਿਸ ਕਾਰਨ ਜ਼ਮੀਨ ਤੇ ਮੌਜੂਦ ਲੋਕ ਜ਼ਖਮੀ ਵੀ ਹੋਏ ਨੇ। ਦਰਅਸਲ ਇਹ ਹਾਦਸਾ ਅੰਬੂ ਕਾਉਂਟੀ ਦੇ ਉਟਵਾਲਾ ਖੇਤਰ ਸਮੇਤ ਮਾਵੀ ਹੋਕੋ ਸੈਕੰਡਰੀ ਸਕੂਲ ਤੇ ਹੋਇਆ, ਜਿੱਥੇ ਇੱਕ 에ਅਰ ਐਂਬੂਲੈਂਸ ਜਹਾਜ਼ ਟੇਕ ਆਫ ਤੋਂ ਸਿਰਫ 3 ਮਿੰਟ ਬਾਅਦ ਹੀ ਰਿਹਾਇਸ਼ੀ ਖੇਤਰ ਵਿੱਚ ਸਕੂਲ ਦੇ ਉੱਪਰ ਡਿੱਗ ਪਿਆ ਅਤੇ ਡਿੱਗਦੇ ਹੀ ਅੱਗ ਲੱਗ ਗਈ। ਦੁਰਘਟਨਾ ਦੇ ਵਿੱਚ 2 ਡਾਕਟਰ, 2 ਨਰਸ ਅਤੇ 2 ਆਮ ਯਾਤਰੀ ਮਾਰੇ ਗਏ ਨੇ। ਹਾਦਸੇ ਵਿੱਚ ਕੁਝ ਘਰ ਵੀ ਤਬਾਹ ਹੋ ਗਏ ਅਤੇ ਸਕੂਲ ਦੀ ਇਮਾਰਤ ਢਹਿ ਗਈ ਹੈ, ਜਿਸ ਕਾਰਨ ਜ਼ਮੀਨ ਤੇ ਮੌਜੂਦ ਕੁਝ ਲੋਕ ਜ਼ਖਮੀ ਹੋਏ ਨੇ। Yes, 6 dead. Yes, 2 doctors, 2 nurses. Of course, with the pilot, you can see the wreckages. The aircraft was being piloted, right? Yeah. So that's what has happened. And then 2 on the ground. You can see on the house, it landed fatally on the house. You can see serious injuries. We have already evacuated the seriously injured to hospital to be attended to. How many were injured? The ones who are injured, the ones seriously injured 2. Unless we confirm otherwise. Adults, kids? Yes, we have an adult, an old lady. We have an old lady and a lady, a house help or a relative. We have not yet established, but those 2. I have told you 2 are dead who are in the house. And then 4. Please, the body parts, we need to do what we do technically. Kindly, AMREF, I've told you, AMREF means African Medical Research Foundation, correct? Okay. It is not a military, because what is going around is that the military, I have Colonel Migai here, it's not a military, he can confirm, he's a Lieutenant Colonel, a very senior officer. It is not a military aircraft as being circulated in the many social media. ਤੁਹਾਨੂੰ ਦੱਸ ਦਈਏ ਕਿ ਹਾਦਸਾ ਦੁਪਹਿਰ 2:14 ਦੇ ਕਰੀਬ ਵਾਪਰਿਆ, ਜਦੋਂ 에ਅਰ ਐਂਬੂਲੈਂਸ ਨੇ ਵਿਲਸਨ ਹਵਾਈ ਅੱਡੇ ਤੋਂ ਸੋਮਾਲੀਆ ਦੇ ਹਰਗੇਸਾ ਸ਼ਹਿਰ ਜਾਣ ਦੇ ਲਈ ਉਡਾਨ ਭਰੀ ਸੀ। ਜਹਾਜ਼ ਟੇਕ ਆਫ ਕਰਕੇ 3 ਮਿੰਟ ਬਾਅਦ ਹੀ ਰਡਾਰ ਤੋਂ ਗਾਇਬ ਹੋ ਗਿਆ ਅਤੇ ATC ਨਾਲ ਸੰਪਰਕ ਟੁੱਟ ਗਿਆ। ਲੋਕਾਂ ਨੇ ਮੌਕੇ ਤੇ ਬਚਾਅ ਕਾਰਜ ਸ਼ੁਰੂ ਕੀਤਾ ਹੈ। ਪੁਲਿਸ ਅਤੇ ਕੀਨੀਆ ਰੱਖਿਆ ਬਲ ਨੇ ਰਾਹਤ ਕਾਰਵਾਈ ਚਲਾਈ ਹੈ। ਸਿਵਲ ਐਵੀਏਸ਼ਨ ਅਥਾਰਟੀ ਨੇ ਹਾਦਸੇ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹਵਾਈ ਦੁਰਘਟਨਾ ਜਾਂਚ ਵਿਭਾਗ ਨੂੰ ਗਹਿਰੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅੱਧ ਸੜੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀ ਗਈਆਂ ਨੇ।
ਕੈਨੇਡਾ ਜਾਣ ਦੀਆਂ ਚਾਹਵਾਨ ਕੁੜੀਆਂ ਲਈ ਖੁਸ਼ਖਬਰੀ ਹੈ। ਜੇ ਤੁਸੀਂ ਨਰਸਿੰਗ ਕੀਤੀ ਹੈ ਜਾਂ ਫਿਰ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਸੁਨਹਿਰੀ ਮੌਕਾ ਮਿਲਣ ਵਾਲਾ ਹੈ। ਦਰਅਸਲ ਨਰਸਿੰਗ ਦਾਖਲਾ ਵਧਾਉਣ ਦੇ ਲਈ ਹੁਣ ਓਨਟਾਰੀਓ 56.8 ਮਿਲੀਅਨ ਡਾਲਰ ਖਰਚ ਕਰੇਗਾ। ਫੋਰਡ ਸਰਕਾਰ ਨੇ 2029 ਤੱਕ 2200 ਨਰਸਾਂ ਨੂੰ ਕਰਮਚਾਰੀਆਂ ਵਿੱਚ ਸ਼ਾਮਲ ਕਰਨ ਦੀ ਉਮੀਦ ਹੈ। ਸੋ ਸਰਕਾਰ ਆਪਣੇ ਸੂਬੇ ਵਿੱਚ ਬਜ਼ੁਰਗਾਂ ਦੀ ਅਤੇ ਆਮ ਲੋਕਾਂ ਦੀ ਦੇਖਭਾਲ ਨੂੰ ਵਧੀਆ ਤੇ ਯਕੀਨੀ ਬਣਾਉਣ ਦੇ ਲਈ ਨਰਸਾਂ ਦੀ ਭਰਤੀ ਵੱਲ ਧਿਆਨ ਦੇ ਰਹੀ ਹੈ। ਸੋ ਘਰ ਬੈਠੇ ਬਜ਼ੁਰਗਾਂ ਨੂੰ ਨਰਸਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਵੇਟਿੰਗ ਦਾ ਸਮਾਂ ਵੀ ਘਟੇ, ਇਸ ਲਈ ਇਹ ਯੋਜਨਾ ਬਣਾਈ ਗਈ ਹੈ। ਫੋਰਡ ਸਰਕਾਰ ਨੇ ਸੂਬੇ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਨਰਸਿੰਗ ਸੀਟਾਂ ਦਾ ਵਿਸਥਾਰ ਕਰਨ ਲਈ 56.8 ਮਿਲੀਅਨ ਡਾਲਰ ਦੇ ਨਵੇਂ ਖਰਚ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ 2029 ਤੱਕ 2200 ਨਰਸਾਂ ਨੂੰ ਜੋੜਨਾ ਹੈ। ਸਿਹਤ ਮੰਤਰੀ ਸਿਲਵੀਆ ਜੌਨਸ ਨੇ ਨਿਊਜ਼ ਕਾਨਫਰੰਸ 'ਚ ਆਖਿਆ ਕਿ ਓਨਟਾਰੀਓ ਸਰਕਾਰ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਦੇਖਭਾਲ ਨਾਲ ਜੁੜਨਾ ਆਸਾਨ ਬਣਾਉਣ ਲਈ ਦਲੇਰਾਨਾ ਤੇ ਨਵੀਨਤਾਕਾਰੀ ਕਾਰਵਾਈ ਕਰ ਰਹੀ ਹੈ। ਨਰਸਿੰਗ ਸਟਾਫਿੰਗ ਪੱਧਰ ਕਈ ਸਾਲਾਂ ਤੋਂ ਸੂਬੇ 'ਚ ਵਿਵਾਦ ਦਾ ਕਾਰਨ ਹੈ। ਇਸ ਗਰਮੀਆਂ ਦੇ ਸ਼ੁਰੂ 'ਚ ਸੈਂਕੜੇ ਨਰਸਾਂ ਨੇ ਓਨਟਾਰੀਓ ਦੇ ਕਈ ਹਸਪਤਾਲਾਂ ਦੇ ਬਾਹਰ ਰੈਲੀ ਕੀਤੀ ਤਾਂ ਜੋ ਸੀਈਓਜ਼ ਤੋਂ ਸੂਬੇ ਭਰ ਵਿੱਚ ਸਟਾਫਿੰਗ ਪੱਧਰ 'ਚ ਸੁਧਾਰ ਦੀ ਮੰਗ ਕੀਤੀ ਜਾ ਸਕੇ। ਓਨਟਾਰੀਓ ਨਰਸਾਂ ਐਸੋਸੀਏਸ਼ਨ ਨੇ ਸੂਬੇ ਭਰ ਦੇ ਵਿੱਚ 25,000 ਰਜਿਸਟਰਡ ਨਰਸਾਂ ਦੀ ਘਾਟ ਦਾ ਹਵਾਲਾ ਦਿੱਤਾ। ਸਰਕਾਰ ਨੇ ਪਿਛਲੇ ਸਾਲ ਅਨੁਮਾਨ ਲਗਾਇਆ ਸੀ ਕਿ ਓਨਟਾਰੀਓ ਨੂੰ 2032 ਤੱਕ 33,200 ਹੋਰ ਨਰਸਾਂ ਤੇ 50,853 ਹੋਰ ਨਿੱਜੀ ਸਹਾਇਤਾ ਕਰਮਚਾਰੀਆਂ ਦੀ ਲੋੜ ਪਵੇਗੀ, ਨਹੀਂ ਤਾਂ ਨਰਸਿੰਗ ਦੀ ਘਾਟ ਹੋਰ ਵੀ ਵੱਧ ਜਾਵੇਗੀ। ਜੋਨਸ ਨੇ ਆਖਿਆ ਹੈ ਕਿ ਖਾਸ ਕਰਕੇ ਪੀਲ ਖੇਤਰ ਦੇ ਵਿੱਚ ਤਰੱਕੀ ਹੋਈ ਹੈ। ਉਸਨੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੁਆਰਾ ਬਰੈਂਪਟਨ 'ਚ ਖੋਲ੍ਹੇ ਗਏ ਨਵੇਂ ਮੈਡੀਕਲ ਸਕੂਲ ਦੇ ਨਾਲ-ਨਾਲ ਨਵੇਂ ਪੀਲ ਮੈਮੋਰੀਅਲ ਹਸਪਤਾਲ ਦੇ ਨਿਰਮਾਣ ਤੇ ਵੀ ਚਾਨਣਾ ਪਾਇਆ ਹੈ। ਕਾਲਜਿਸ, ਯੂਨੀਵਰਸਿਟੀਜ਼, ਖੋਜ ਉਤਮਤਾ ਅਤੇ ਸੁਰੱਖਿਆ ਮੰਤਰੀ ਨੋਲਨ ਕੁਇਨ ਨੇ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਹੈ ਕਿ ਓਨਟਾਰੀਓ ਨਿੱਜੀ ਸਹਾਇਤਾ ਕਰਮਚਾਰੀਆਂ ਤੇ ਰਜਿਸਟਰਡ ਪ੍ਰੈਕਟੀਕਲ ਨਰਸਾਂ ਦੀ ਮਦਦ ਲਈ ਆਪਣੇ ਆਨਲਾਈਨ ਨਰਸਿੰਗ ਸਿਖਲਾਈ ਪ੍ਰੋਗਰਾਮ ਦਾ ਵਿਸਥਾਰ ਵੀ ਕਰੇਗਾ ਜੋ BSCN ਪ੍ਰਾਪਤ ਕਰਨਾ ਚਾਹੁੰਦੇ ਨੇ। ਕੁਇਨ ਮੁਤਾਬਿਕ ਵੱਧ ਰਹੇ ਭਾਈਚਾਰਿਆਂ 'ਚ ਸ਼ਾਨਦਾਰ ਦੇਖਭਾਲ ਪ੍ਰਦਾਨ ਕਰਨ ਵਾਸਤੇ ਓਨਟਾਰੀਓ ਨੂੰ ਹੋਰ ਨਰਸਾਂ ਦੀ ਲੋੜ ਹੈ। ਉਨ੍ਹਾਂ ਆਖਿਆ ਹੈ ਕਿ ਇਹਨਾਂ ਫਲੈਕਸੀਬਲ ਆਪਸ਼ਨਸ ਦਾ ਮਤਲਬ ਹੈ ਕਿ ਹੋਰ ਨਰਸਾਂ ਕਾਰਜਬਲ ਛੱਡੇ ਬਿਨਾਂ ਆਪਣੇ ਹੁਨਰ ਨੂੰ ਅਪਗ੍ਰੇਡ ਕਰ ਸਕਦੀਆਂ ਨੇ। ਨਰਸਾਂ ਸਿਹਤ ਸੰਭਾਲ ਪ੍ਰਣਾਲੀ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ। ਛੋਟੇ ਭਾਈਚਾਰਿਆਂ ਦੇ ਕਾਲਜਿਸ ਅਤੇ ਯੂਨੀਵਰਸਿਟੀਜ਼ ਦੇ ਵਿੱਚ ਨਰਸਿੰਗ ਦਾਖਲੇ ਨੂੰ ਵਧਾਉਣ ਲਈ ਸਰਕਾਰ ਨੇ 2023 'ਚ ਇੱਕ ਸਿੱਖੋ ਅਤੇ ਇੱਥੇ ਰਹੋ ਗ੍ਰਾਂਟ ਸ਼ੁਰੂ ਕੀਤੀ ਸੀ, ਜਿਸ 'ਚ ਪੂਰੇ ਸੂਬੇ 'ਚ ਨਰਸਿੰਗ ਵਿਦਿਆਰਥੀਆਂ ਲਈ ਟਿਊਸ਼ਨ ਤੇ ਸਕੂਲ ਫੀਸਾਂ ਨੂੰ ਕਵਰ ਕਰਨ ਲਈ 96 ਮਿਲੀਅਨ ਡਾਲਰ ਸ਼ਾਮਿਲ ਕੀਤੇ ਗਏ ਸਨ। ਕਾਬਿਲ-ਏ-ਗੌਰ ਹੈ ਕਿ ਸੂਬਾ ਯੂਨੀਵਰਸਿਟੀਜ਼ ਨੂੰ ਕਲੀਨਿਕਲ ਨਰਸਿੰਗ ਸਪਲਾਈ ਤੇ ਲੈਬ ਉਪਕਰਨ ਖਰੀਦਣ 'ਚ ਮਦਦ ਕਰਨ ਲਈ 7.5 ਮਿਲੀਅਨ ਡਾਲਰ ਵਾਧੂ ਖਰਚ ਕਰ ਰਿਹਾ ਹੈ। ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਕੈਪਸ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਹੈ। ਹੁਣ ਤੱਕ ਇਸ ਕੈਫੇ ਵਿੱਚ 2 ਵਾਰ ਗੋਲੀਬਾਰੀ ਹੋ ਚੁੱਕੀ ਹੈ। ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹੁਣ ਗੈਂਗ ਨੇ ਖੁਦ ਹੀ ਇਸ ਦਾ ਕਾਰਨ ਦਾ ਖੁਲਾਸਾ ਕਰ ਦਿੱਤਾ ਹੈ। ਦਰਅਸਲ ਕਪਿਲ ਦੇ ਕੈਫੇ ਨੂੰ ਵਾਰ-ਵਾਰ ਕਿਸ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦੀਆਂ ਤਾਰਾਂ ਹੁਣ ਅਦਾਕਾਰ ਸਲਮਾਨ ਖਾਨ ਨਾਲ ਜੁੜੀਆਂ ਹੋਈਆਂ ਨੇ। ਇਹ ਦੂਸਰੀ ਵਾਰ ਹੈ ਜਦੋਂ ਕਪਿਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਹੋਈ ਹੈ। ਇਸ ਤੋਂ ਬਾਅਦ ਕਾਮੇਡੀਅਨ ਨੂੰ ਇੱਕ ਧਮਕੀ ਭਰੀ ਆਡੀਓ ਵੀ ਮਿਲੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਉਹ ਮਰ ਜਾਵੇਗਾ। ਸੋ ਲਾਰੈਂਸ ਗਰੁੱਪ ਦੇ ਗੈਂਗਸਟਰ ਹੈਰੀ ਬਾਕਸਰ ਦਾ ਇੱਕ ਧਮਕੀ ਭਰਿਆ ਆਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਕਪਿਲ ਦੇ ਕੈਫੇ ਦੇ ਵਿੱਚ ਗੋਲੀਆਂ ਕਿਉਂ ਚਲਾਈਆਂ ਗਈਆਂ। ਸੋ ਆਡੀਓ ਵਿੱਚ ਅਦਾਕਾਰ ਸਲਮਾਨ ਖਾਨ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ ਕਿ ਸਲਮਾਨ ਖਾਨ ਨੂੰ ਉਦਘਾਟਨ ਲਈ ਬੁਲਾਇਆ ਗਿਆ ਸੀ, ਇਸ ਲਈ ਗੋਲੀਬਾਰੀ ਕੀਤੀ ਗਈ ਹੈ। ਜੋ ਵੀ ਸਲਮਾਨ ਨਾਲ ਕੰਮ ਕਰੇਗਾ ਉਹ ਮਰ ਜਾਵੇਗਾ। ਦ ਗ੍ਰੇਟ ਇੰਡੀਅਨ ਕਪਲ ਸ਼ੋਅ ਸੀਜ਼ਨ 2 ਦੇ ਉਦਘਾਟਨ ਤੇ ਸਲਮਾਨ ਖਾਨ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਸੀ। ਸੋ ਇਸੇ ਲਈ ਕਪਿਲ ਤੇ ਇਹ ਹਮਲਾ ਕੀਤਾ ਗਿਆ। ਸੋ ਧਮਕੀ ਵਿੱਚ ਕਿਹਾ ਗਿਆ ਹੈ ਕਿ ਅਗਲੀ ਵਾਰ ਜੇਕਰ ਨਿਰਦੇਸ਼ਕ, ਨਿਰਮਾਤਾ ਅਤੇ ਕਲਾਕਾਰ ਉਹਨਾਂ ਨੂੰ ਚੇਤਾਵਨੀ ਨਹੀਂ ਦੇਣਗੇ ਤਾਂ ਗੋਲੀ ਸਿੱਧੀ ਛਾਤੀ ਤੇ ਚਲਾਈ ਜਾਏਗੀ। ਸੋ ਅੱਗੇ ਕਿਹਾ ਗਿਆ ਸੀ ਕਿ ਮੁੰਬਈ ਦੇ ਹਰ ਕਿਸੇ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ, ਸਾਰੇ ਹੀ ਕਲਾਕਾਰਾਂ ਤੇ ਨਿਰਮਾਤਾਵਾਂ ਨੂੰ। ਸੋ ਅਸੀਂ ਮੁੰਬਈ ਦੇ ਮਾਹੌਲ ਨੂੰ ਇਸ ਤਰ੍ਹਾਂ ਵਿਗਾੜ ਦੇਵਾਂਗੇ ਕਿ ਤੁਸੀਂ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਕਲਪਨਾ ਵੀ ਨਹੀਂ ਕੀਤੀ ਹੋਏਗੀ। ਸੋ ਜੇਕਰ ਕੋਈ ਸਲਮਾਨ ਖਾਨ ਦੇ ਨਾਲ ਕੰਮ ਕਰਦਾ ਹੈ, ਭਾਵੇਂ ਉਹ ਛੋਟਾ ਕਲਾਕਾਰ ਹੋਵੇ ਜਾਂ ਫਿਰ ਵੱਡਾ ਨਿਰਦੇਸ਼ਕ, ਅਸੀਂ ਕਿਸੇ ਵੀ ਨਹੀਂ ਬਖਸ਼ਾਂਗੇ। ਸੋ ਅਸੀਂ ਉਸ ਨੂੰ ਮਾਰ ਦੇਵਾਂਗੇ। ਅਸੀਂ ਉਸ ਨੂੰ ਮਾਰਨ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ। ਸੋ ਜੇਕਰ ਕੋਈ ਸਲਮਾਨ ਖਾਨ ਨਾਲ ਕੰਮ ਕਰਦਾ ਹੈ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਏਗਾ। ਸੋ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸਲਮਾਨ ਖਾਨ ਵਿਚਾਲੇ ਦੁਸ਼ਮਣੀ ਕਾਫੀ ਪੁਰਾਣੀ ਹੈ।
ਕਾਲਾ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਲੌਰੈਂਸ ਸਲਮਾਨ ਖਾਨ ਦੇ ਪਿੱਛੇ ਪਿਆ ਹੋਇਆ ਹੈ। ਇਸ ਦੇ ਨਾਲ ਹੀ ਸਲਮਾਨ ਤੇ ਕਈ ਵਾਰ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਘਰ ਤੇ ਗੋਲੀਬਾਰੀ ਵੀ ਕੀਤੀ ਗਈ ਹੈ। ਇਹਨਾਂ ਸਾਰੇ ਹਮਲਿਆਂ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਵਾਰ ਕਪਿਲ ਸ਼ਰਮਾ ਦੇ ਕੈਫੇ ਤੇ 6 ਰਾਉਂਡ ਫਾਇਰਿੰਗ ਹੋਈ ਹੈ। ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਹਮਲੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ 1 ਮਹੀਨੇ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਤੇ ਦੂਸਰਾ ਹਮਲਾ ਹੈ। ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ। ਇਸ ਦੇ ਨਾਲ ਤੁਸੀਂ ਮੈਨੂੰ ਆ ਗਿਆ। ਧੰਨਵਾਦ।